ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗਿਤੇਸ਼ ਨਾਰੰਗ ਤੁਹਾਡੇ ਲਈ ਲੈ ਕੇ ਆ ਗਿਆ ਹਾਂ ਬਾਇਓਲੋਜੀ ਦਾ ਅਗਲਾ ਟੈਸਟ। ਇਸ ਤੋਂ ਪਹਿਲਾਂ ਆਪਾਂ ਇੱਕ ਹੋਰ ਵੀ ਬਾਇਓਲੋਜੀ ਦਾ ਟੈਸਟ ਲੈ ਕੇ ਆਏ ਹਾਂ। ਇਹ ਉਸ ਦਾ ਹੀ ਦੂਸਰਾ ਪਾਰਟ ਹੈ। ਪਿਛਲੀ ਵਾਰ ਜਿਵੇਂ ਕਿ ਆਪਾਂ 15 ਕੁਐਸਚਨ ਕੀਤੇ ਸੀ, ਇਸ ਵਾਰ ਵੀ ਆਪਾਂ ਇਸ ਵੀਡੀਓ ਵਿੱਚ 15 ਕੁਐਸਚਨ ਲੈ ਕੇ ਆਏ ਹਾਂ ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਸੋ ਤੁਸੀਂ ਆਪਣੀਆਂ ਨੋਟਬੁੱਕਸ ਤੇ ਪੈਨ ਲੈ ਕੇ ਰੈਡੀ ਹੋ ਜਾਓ ਤੇ ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਟੈਸਟ। ਚਲੋ ਜੀ ਆ ਗਿਆ ਜੀ ਅੱਜ ਦਾ ਪਹਿਲਾ ਕੁਐਸਚਨ। ਕਹਿੰਦੇ ਨੇ ਜੀ ਵਿਚ ਆਫ ਦਾ ਫੋਲੋਇੰਗ ਇਜ਼ ਐਨਰਜੀ ਕਰੰਸੀ ਇਨ ਸੈਲਜ਼ ਇਨ ਬਾਇਓਲੋਜੀ। ਕਹਿੰਦੇ ਜੀ ਸੈਲਜ਼ ਦੇ ਵਿੱਚ ਐਨਰਜੀ ਦੀ ਕਰੰਸੀ ਕੀ ਹੈ? ਆਪਾਂ ਸਭ ਜਾਣਦੇ ਹਾਂ ਸੈਲਜ਼ ਦੇ ਵਿੱਚ ਜੋ ਐਨਰਜੀ ਦੀ ਕਰੰਸੀ ਹੁੰਦੀ ਹੈ ਜੀ ਉਹ ਹੁੰਦੀ ਹੈ ਆਪਣੇ ਕੋਲ ATP। ਸੈਲਜ਼ ਦੇ ਵਿੱਚ ਐਨਰਜੀ ਦੀ ਕਰੰਸੀ ਕੀ ਹੈ ਜੀ? ATP। ਇਸ ਗੱਲ ਨੂੰ ਯਾਦ ਰੱਖਣਾ ਹੈ। ATP ਦੀ ਫੁੱਲ ਫਾਰਮ ਨੂੰ ਵੀ ਤੁਸੀਂ ਯਾਦ ਰੱਖਣਾ ਹੈ। ATP ਦੀ ਫੁੱਲ ਫਾਰਮ ਹੁੰਦੀ ਹੈ ਜੀ ਐਡੀਨੋਸਿਨ ਟਰਾਈਫਾਸਫੇਟ। ਕੀ ਫੁੱਲ ਫਾਰਮ ਹੁੰਦੀ ਹੈ? ਮੈਂ ਦੁਬਾਰਾ ਰਿਪੀਟ ਕਰ ਰਿਹਾ ਜੀ, ਐਡੀਨੋਸਿਨ ਟਰਾਈਫਾਸਫੇਟ। ਚਲਦੇ ਹਾਂ ਜੀ ਆਪਾਂ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਬਰੀਦਿੰਗ ਐਂਡ ਰੈਸਪੀਰੇਸ਼ਨ ਇਨ ਵੁਡੀ ਸਟੈਮਸ ਆਫ ਪਲਾਂਟ ਟੇਕਸ ਪਲੇਸ ਥਰੂ। ਕਹਿੰਦੇ ਜੀ ਜਿਹੜਾ ਸਾਹ ਲੈਣ ਦੀ ਕਿਰਿਆ ਤੇ ਰੈਸਪੀਰੇਸ਼ਨ ਦੀ ਕਿਰਿਆ ਵੁਡੀ ਸਟੈਮ ਲੱਕੜ ਵਾਲੀ ਸਟੈਮ ਵਿੱਚ ਕਿੱਥੋਂ ਹੁੰਦੀ ਹੈ? ਠੀਕ ਹੈ ਜੀ। ਦੇਖੋ ਇਹ ਸ਼ਾਇਦ ਆਪਾਂ ਜਿਹੜੀ ਜਰਨਲ ਸਾਇੰਸ ਦੀ ਵੀਡੀਓ ਕੀਤੀ ਸੀ ਉਹਦੇ ਵਿੱਚ ਵੀ ਡਿਸਕਸ ਕੀਤਾ ਸੀ। ਇਹ ਇੱਕ ਪੋਰਸ ਹੁੰਦੇ ਨੇ ਜਿਨ੍ਹਾਂ ਨੂੰ ਬੋਲਿਆ ਜਾਂਦਾ ਜੀ ਲੈਂਟੀ ਸੈੱਲ। ਕੀ ਬੋਲਦੇ ਨੇ ਜੀ? ਲੈਂਟੀ ਸੈੱਲ। ਲੈਂਟੀ ਸੈੱਲ ਛੋਟੇ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੇ ਥਰੂ ਜਿਹੜੀ ਸਟੈਮ ਹੈ, ਜਿਹੜੀ ਲੱਕੜ ਹੈ, ਉਹ ਕੀ ਕਰਦੀ ਹੈ ਜੀ? ਸਾਹ ਲੈਂਦੀ ਹੈ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕੁਐਸਚਨ ਹੈ ਜੀ ਦ ਵੇਵ ਆਫ ਐਕਸਪੈਂਸ਼ਨ ਆਫ ਐਨ ਆਰਟਰੀ ਵੈਨ ਬਲੱਡ ਫੋਰਸਡ ਇਨਟੂ ਇਟ ਇਜ਼ ਕਾਲਡ। ਕਹਿੰਦੇ ਜੀ ਦੇਖੋ ਜਿਹੜੀ ਆਪਣੀ ਆਰਟਰੀ ਹੈ, ਪਹਿਲੀ ਗੱਲ ਤਾਂ ਉਹਨੇ ਪਤਾ ਹੋਣਾ ਚਾਹੀਦਾ ਕਿ ਆਰਟਰੀ ਕੀ ਚੀਜ਼ ਹੈ। ਆਰਟਰੀ ਆਪਣੀ ਉਹ ਵਾਲੀ ਨਾੜ ਹੈ ਜਿਹੜੀ ਆਪਣੇ ਸਰੀਰ ਵਿੱਚੋਂ ਜਿਹੜਾ ਚੰਗਾ ਖੂਨ ਹੁੰਦਾ ਹੈ ਆਪਣੇ ਹਾਰਟ ਤੋਂ ਲੈ ਕੇ ਇਹ ਸਾਰੇ ਸਰੀਰ ਤੱਕ ਪਹੁੰਚਾਉਂਦੀ ਹੈ। ਕਹਿੰਦੇ ਇਹਦੇ ਵਿੱਚ ਜਿਹੜੀ ਇੱਕ ਲਹਿਰ ਆਉਂਦੀ ਐਕਸਪੈਂਸ਼ਨ ਦੀ, ਇਹ ਖੁੱਲ੍ਹਦੀ ਹੈ, ਬੰਦ ਹੁੰਦੀ ਹੈ, ਇਸ ਲਹਿਰ ਨੂੰ ਕੀ ਬੋਲਿਆ ਜਾਂਦਾ? ਇਹਨੂੰ ਬੋਲਦੇ ਨੇ ਜੀ ਪਲਸ। ਕੀ ਬੋਲਿਆ ਜਾਂਦਾ ਇਹਨੂੰ? ਪਲਸ। ਆਪਸ਼ਨ ਸੀ ਹੈ ਜਿਹੜੀ ਆਪਣੀ ਇੱਥੇ ਕਰੈਕਟ ਆਨਸਰ ਹੈ। ਜਿਹੜੀ ਪਲਸ ਹੁੰਦੀ ਹੈ ਜਦੋਂ ਆਪਣੀ ਆਰਟਰੀ ਐਕਸਪੈਂਡ ਕਰਦੀ, ਤੁਸੀਂ ਨੋਟ ਕੀਤਾ ਹੋਏਗਾ ਜਦੋਂ ਤੁਸੀਂ ਕਦੇ ਡਾਕਟਰ ਕੋਲ ਜਾਂਦੇ ਹੋ ਤੁਹਾਡੀ ਪਲਸ ਚੈੱਕ ਕਰਦਾ, ਉਹ ਤੁਹਾਡੀ ਪਲਸ ਤੋਂ ਤੁਹਾਡੀ ਹਾਰਟ ਬੀਟ ਦਾ ਆਈਡੀਆ ਲਗਾ ਲੈਂਦਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਬੜਾ ਹੀ ਅੱਛਾ ਕੁਐਸਚਨ ਹੈ। ਕਹਿੰਦੇ ਦ ਪ੍ਰੋਸੀਜਰ ਆਫ ਕਲੀਨਿੰਗ ਦ ਬਲੱਡ ਆਫ ਅ ਪਰਸਨ ਬਾਈ ਕਿਡਨੀ ਮਸ਼ੀਨ ਇਜ਼ ਨੋਨ ਐਜ਼। ਕਹਿੰਦੇ ਜੀ ਕਿਡਨੀ ਮਸ਼ੀਨ ਤੋਂ ਜਦੋਂ ਕਿਸੇ ਪਰਸਨ ਦਾ ਖੂਨ ਸਾਫ਼ ਕੀਤਾ ਜਾਂਦਾ ਹੈ ਇਸ ਨੂੰ ਕੀ ਕਹਿੰਦੇ ਨੇ ਜੀ? ਦੇਖੋ ਇਹ ਸਾਰਿਆਂ ਨੂੰ ਹੀ ਪਤਾ ਹੋਏਗਾ, ਇਸ ਨੂੰ ਬੋਲਦੇ ਨੇ ਡਾਇਲਿਸਿਸ। ਕੀ ਬੋਲਿਆ ਜਾਂਦਾ ਇਸ ਨੂੰ? ਡਾਇਲਿਸਿਸ। ਇਹਨੂੰ ਡਾਇਲਿਸਿਸ ਵੀ ਬੋਲਿਆ ਜਾਂਦਾ ਹੈ ਤੇ ਇਸ ਨੂੰ ਅਕਸਰ ਹੀਮਿਓ ਡਾਇਲਿਸਿਸ ਵੀ ਕਹਿ ਦਿੱਤਾ ਜਾਂਦਾ ਹੈ। ਠੀਕ ਹੈ ਜੀ। ਆਪਸ਼ਨ ਸੀ ਯਾਦ ਰੱਖਣੀ ਹੈ, ਡਾਇਲਿਸਿਸ ਜਾਂ ਹੀਮਿਓ ਡਾਇਲਿਸਿਸ। ਤੇ ਇਹਨੂੰ ਆਰਟੀਫਿਸ਼ੀਅਲ ਕਿਡਨੀ ਵੀ ਬੋਲ ਦਿੰਦੇ ਨੇ ਇਸ ਮਸ਼ੀਨ ਨੂੰ। ਉਮੀਦ ਕਰਦਾ ਤੁਹਾਨੂੰ ਇਹ ਟੈਸਟ ਦੇ ਕੁਐਸਚਨਸ ਅੱਛੇ ਲੱਗ ਰਹੇ ਹੋਣਗੇ ਤੇ ਤੁਸੀਂ ਨਾਲ ਨਾਲ ਇਹਨਾਂ ਨੂੰ ਲਿਖ ਵੀ ਰਹੇ ਹੋਵੋਗੇ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਦ ਗਰੋਥ ਐਂਡ ਦ ਮੂਵਮੈਂਟ ਆਫ ਪਲਾਂਟ ਇਨ ਰਿਸਪੌਂਸ ਟੂ ਟੱਚ ਆਫ ਐਨ ਆਬਜੈਕਟ ਇਜ਼ ਕਾਲਡ। ਕਹਿੰਦੇ ਜੀ ਜਦੋਂ ਪੌਦੇ ਨੂੰ ਕਿਸੇ ਚੀਜ਼ ਨਾਲ ਟੱਚ ਕੀਤਾ ਜਾਂਦਾ ਹੈ, ਕਿਸੇ ਆਬਜੈਕਟ ਦੇ ਪ੍ਰਤੀ ਉਹ ਮੂਵਮੈਂਟ ਕਰਦਾ, ਇਸ ਨੂੰ ਕੀ ਬੋਲਦੇ ਨੇ? ਇਸ ਨੂੰ ਯਾਦ ਰੱਖਣਾ ਜੀ, ਇਸ ਨੂੰ ਬੋਲਿਆ ਜਾਂਦਾ ਥਿਗਮੋਟ੍ਰੋਪਿਜ਼ਮ। ਕੀ ਬੋਲਿਆ ਜਾਂਦਾ ਹੈ? ਥਿਗਮੋਟ੍ਰੋਪਿਜ਼ਮ। ਯਾਦ ਰੱਖਣਾ ਇਹਨੂੰ। ਆਪਾਂ ਪਿਛਲੀ ਵਾਰ ਇੱਕ ਕੁਐਸਚਨ ਕੀਤਾ ਸੀ ਕਿ ਜਦੋਂ ਪੌਦਾ ਲਾਈਟ ਨੂੰ ਰਿਸਪੌਂਸ ਕਰਦਾ ਉਹਨੂੰ ਕੀ ਬੋਲਦੇ ਨੇ? ਉਸ ਨੂੰ ਬੋਲਦੇ ਸੀ ਫੋਟੋਟ੍ਰੋਪਿਜ਼ਮ। ਇੱਥੇ ਆ ਗਿਆ ਆਪਣੇ ਕੋਲ ਥਿਗਮੋਟ੍ਰੋਪਿਜ਼ਮ। ਇਹ ਚੈਪਟਰ ਕੰਟਰੋਲ ਐਂਡ ਕੋਆਰਡੀਨੇਸ਼ਨ ਹੈ, ਇੰਪੋਰਟੈਂਟ ਚੈਪਟਰ ਹੈ, ਹਾਰਮੋਨਸ ਵਾਲਾ ਚੈਪਟਰ। ਇਹਦੇ ਵਿੱਚੋਂ ਕਾਫੀ ਕੁਐਸਚਨ ਬਣਦੇ ਨੇ। ਲਓ ਜੀ ਅਗਲਾ ਕੁਐਸਚਨ ਵੀ ਇਸੇ ਚੈਪਟਰ ਵਿੱਚੋਂ। ਕਹਿੰਦੇ ਜੀ ਦ ਪਲਾਂਟ ਹਾਰਮੋਨ ਵਿਚ ਟ੍ਰਿਗਰਸ ਦ ਫਾਲ ਆਫ ਮੈਚਿਓਰ ਲੀਵਸ ਐਂਡ ਫਰੂਟਸ ਫਰੋਮ ਦ ਪਲਾਂਟ ਬੋਡੀ। ਕਹਿੰਦੇ ਜੀ ਇਸ ਤਰ੍ਹਾਂ ਦੇ ਹਾਰਮੋਨ ਦਾ ਨਾਮ ਦੱਸੋ ਜਿਹੜਾ ਕੀ ਕਰਦਾ ਹੈ ਜੀ? ਜਿਹੜਾ ਲੀਵਸ ਜਿਹੜੇ ਡਿੱਗਣ ਵਾਲੇ ਨੇ, ਮੈਚਿਓਰ ਨੇ, ਵੱਡੇ ਨੇ, ਉਹਨਾਂ ਨੂੰ ਜਲਦੀ ਗਿਰਾ ਦਿੰਦਾ। ਇਹ ਹੁੰਦਾ ਜੀ, ਇਹਨੂੰ ਯਾਦ ਹੀ ਰੱਖ ਲਿਓ ਤੁਸੀਂ, ਇਹਨੂੰ ਕਹਿੰਦੇ ਨੇ ਜੀ ਐਬਸੈਸਿਕ ਐਸਿਡ। ਹੁਣ ਇੱਥੇ ਯਾਦ ਰੱਖਣ ਵਾਲੀ ਹੋਰ ਗੱਲ ਕੀ? ਆਪਣੇ ਕੋਲ 4 ਹਾਰਮੋਨ ਨੇ, ਦੇਖੋ ਜੀ ਆਕਸਿਨ, ਗਿਬਰਲਿਨ, ਐਬਸੈਸਿਕ ਐਸਿਡ ਤੇ ਸਾਈਟੋਕਾਈਨਿਨ। ਇਹ ਸਾਰਿਆਂ ਦਾ ਅਲੱਗ-ਅਲੱਗ ਕੰਮ ਹੈ। ਕੋਈ ਹਾਰਮੋਨ ਕੀ ਕਰਦਾ? ਤਣੇ ਦੀ ਗਰੋਥ ਨੂੰ ਵਧਾਉਂਦਾ। ਕੋਈ ਹਾਰਮੋਨ ਕੀ ਕਰਦਾ? ਜੜ੍ਹਾਂ ਦੀ ਗਰੋਥ ਨੂੰ ਵਧਾਉਂਦਾ। ਸੋ ਇੱਕ ਵਾਰ ਤੁਸੀਂ NCERT ਵਿੱਚੋਂ ਇਹਨਾਂ ਸਾਰਿਆਂ ਦੀ ਰੀਡਿੰਗ ਲੈ ਲੈਣੀ ਹੈ ਤੇ ਇਹਨੂੰ ਡਨ ਕਰਨਾ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਅਗਲਾ ਕੁਐਸਚਨ ਹੈ ਜੀ ਆਪਣਾ ਵਾਈ ਡੂ ਵੀ ਫਾਲ ਇਲ ਚੈਪਟਰ ਦੇ ਵਿੱਚੋਂ। ਕਹਿੰਦੇ ਜੀ ਦ ਡਿਜ਼ੀਜ਼ ਕਾਲਾ ਅਜ਼ਾਰ ਇਜ਼ ਕੋਜ਼ਡ ਬਾਈ ਮਾਈਕਰੋ ਆਰਗੈਨਿਜ਼ਮ। ਕਹਿੰਦੇ ਜੀ ਕਾਲਾ ਅਜ਼ਾਰ ਨਾਮ ਦੀ ਡਿਜ਼ੀਜ਼ ਹੈ ਕਿਹੜੇ ਮਾਈਕਰੋ ਆਰਗੈਨਿਜ਼ਮ ਦੁਆਰਾ ਕੀਤੀ ਜਾਂਦੀ ਹੈ? ਯਾਦ ਰੱਖਣਾ ਜੀ ਇਹਦਾ ਵੀ ਆਪਸ਼ਨ ਸੀ ਹੈ ਜੀ ਲੈਸ਼ਮੇਨੀਆ। ਜਿਹੜੀ ਡਿਜ਼ੀਜ਼ ਹੈ ਲੈਸ਼ਮੇਨੀਆ ਇੱਕ ਆਪਣੇ ਕੋਲ ਸੂਖਸ਼ਮ ਜੀਵ ਹੈ, ਮਾਈਕਰੋ ਆਰਗੈਨਿਜ਼ਮ ਹੈ ਜਿਹੜਾ ਕਾਲਾ ਅਜ਼ਾਰ ਕਰਦਾ ਹੈ।
ਲੈਸ਼ਮੇਨੀਆ ਬਾਰੇ ਇੱਕ ਹੋਰ ਗੱਲ ਯਾਦ ਰੱਖਣੀ ਹੈ ਚੈਪਟਰ ਰੀਪਰੋਡਕਸ਼ਨ ਤੋਂ, ਕਿ ਇਹ ਬਾਈਨਰੀ ਫਿਜ਼ਨ ਵੀ ਕਰਦਾ ਹੈ। ਬਾਈਨਰੀ ਫਿਜ਼ਨ ਮਤਲਬ ਦੋ ਹਿੱਸਿਆਂ ਵਿੱਚ ਇਹ ਟੁੱਟ ਜਾਂਦਾ ਹੈ, ਇਹਦਾ ਖੰਡਨ ਹੋ ਜਾਂਦਾ ਹੈ। ਇਹ ਸੈਕਸ਼ੂਅਲ ਰੀਪਰੋਡਕਸ਼ਨ ਦੀ ਇੱਕ ਟਾਈਪ ਹੁੰਦੀ ਹੈ। ਅਗਲਾ ਕੁਐਸਚਨ ਜੀ ਰੀਪਰੋਡਕਸ਼ਨ ਵਾਲੇ ਚੈਪਟਰ ਚੋਂ, ਕਹਿੰਦੇ ਦ ਫਰਟੀਲਾਈਜੇਸ਼ਨ ਰਿਜ਼ਲਟ ਇਮੀਡੀਏਟਲੀ ਇਨ ਦ ਫਾਰਮੇਸ਼ਨ ਆਫ। ਕਹਿੰਦੇ ਜੀ ਫਰਟੀਲਾਈਜੇਸ਼ਨ ਤੋਂ ਤੁਰੰਤ ਬਾਅਦ ਕੀ ਬਣਦਾ ਹੈ। ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਜੀ, ਜਦੋਂ ਮੇਲ ਤੇ ਫੀਮੇਲ ਗੈਮੀਟ ਮਿਲਦੇ ਹਨ, ਫਰਟੀਲਾਈਜੇਸ਼ਨ ਤੋਂ ਜਸਟ ਬਾਅਦ ਆਪਣੇ ਕੋਲ ਬਣਦਾ ਹੈ ਜੀ ਜ਼ਾਈਗੋਟ। ਕੀ ਬਣਦਾ ਜੀ? ਜ਼ਾਈਗੋਟ। ਠੀਕ ਹੈ ਜੀ। ਤੇ ਜ਼ਾਈਗੋਟ ਬਣਦਾ ਹੈ, ਇਸ ਤੋਂ ਬਾਅਦ ਬਣਦਾ ਐਂਬਰੀਓ। ਐਂਬਰੀਓ ਤੋਂ ਬਾਅਦ ਆਉਂਦੀ ਹੈ ਸਟੇਜ ਫੀਟਸ ਵਾਲੀ, ਇਸ ਗੱਲ ਦਾ ਖਾਸ ਖਿਆਲ ਰੱਖਣਾ ਹੈ। ਤੇ ਜ਼ਾਈਗੋਟ ਨੂੰ ਹੀ ਬੋਲਿਆ ਜਾਂਦਾ ਕਨੈਕਟਿੰਗ ਲਿੰਕ। ਦੇਖੋ ਇੱਕ ਮਾਂ ਪਿਓ ਤੇ ਇੱਕ ਬੱਚੇ ਦੇ ਵਿੱਚ ਜਿਹੜਾ ਪਹਿਲਾ ਸੈੱਲ ਬਣਦਾ, ਜਿਹੜਾ ਉਹਨਾਂ ਦੋਨਾਂ ਨੂੰ ਜੋੜਦਾ, ਉਹਨੂੰ ਬੋਲਦੇ ਨੇ ਜੀ ਜ਼ਾਈਗੋਟ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ ਏਡਜ਼। ਏਡਜ਼ ਇਜ਼ ਅ ਡੈਡਲੀ ਡਿਜ਼ੀਜ਼ ਕੌਜ਼ਡ ਬਾਏ। ਕਹਿੰਦੇ ਇੱਕ ਏਡਜ਼ ਜਿਹੜੀ ਖਤਰਨਾਕ ਬਿਮਾਰੀ ਹੈ, ਕਿਹਦੇ ਦੁਆਰਾ ਕੌਜ਼ ਕੀਤੀ ਜਾਂਦੀ ਹੈ। ਇਸ ਦਾ ਉੱਤਰ ਤਾਂ ਮੈਂ ਮੰਨਦਾ ਕਿ ਸਾਰਿਆਂ ਨੂੰ ਹੀ ਲਗਭਗ ਆਉਂਦਾ ਹੋਏਗਾ। ਇਹ ਕੀਤੀ ਜਾਂਦੀ ਹੈ ਜੀ ਇੱਕ ਵਾਇਰਸ ਦੁਆਰਾ। ਵਾਇਰਸ ਦਾ ਨਾਮ ਕੀ ਹੈ? HIV ਵਾਇਰਸ, ਫੁੱਲ ਫਾਰਮ ਹੁੰਦੀ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਤੇ ਏਡਜ਼ ਦੇ ਵਿੱਚ ਵੀ ਤੁਸੀਂ ਕੀ ਯਾਦ ਰੱਖਣਾ, ਇਸ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਅਕਸਰ ਇੱਥੇ ਕੀ ਲਿਖਿਆ ਹੁੰਦਾ? ਸਿੰਪਟਮ ਲਿਖਿਆ ਹੁੰਦਾ, ਸੋ ਇੱਥੇ ਕਨਫਿਊਜ਼ ਨਹੀਂ ਹੋਣਾ। ਏਡਜ਼ ਦੇ ਵਿੱਚ ਕੀ ਆਣਾ ਜੀ? ਐਸ ਤੇ ਸਿੰਡਰੋਮ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਅੱਛਾ ਕੁਐਸਚਨ ਹੈ ਜੀ, ਕੁਐਸਚਨ ਨੀਚੇ ਚਲਾ ਗਿਆ, ਆਗੇ ਜੀ ਦੇਖੋ। ਕਹਿੰਦੇ ਜੀ ਦ ਰੇਸ਼ੀਓ ਆਫ ਨੰਬਰ ਆਫ ਕ੍ਰੋਮੋਜ਼ੋਮ ਇਨ ਹਿਊਮਨ ਜ਼ਾਈਗੋਟ ਐਂਡ ਹਿਊਮਨ ਸਪਰਮ। ਕਹਿੰਦੇ ਜੀ ਆਪਣੇ ਜ਼ਾਈਗੋਟ ਦੇ ਵਿੱਚ ਤੇ ਸਪਰਮ ਦੇ ਵਿੱਚ ਰੇਸ਼ੀਓ ਦੱਸਣੀ ਹੈ ਜੀ। ਦੇਖੋ ਜ਼ਾਈਗੋਟ ਹੁੰਦਾ ਡਿਪਲੋਇਡ, ਕ੍ਰੋਮੋਜ਼ੋਮ ਹੁੰਦੇ ਨੇ ਇਹਦੇ ਵਿੱਚ 46 ਯਾਨੀ ਕਿ 46। ਸਪਰਮ ਹੁੰਦੀ ਹੈ ਜੀ ਹੈਪਲੋਇਡ। ਸਪਰਮ ਵਿੱਚ ਕ੍ਰੋਮੋਜ਼ੋਮ ਹੁੰਦੇ ਨੇ ਜੀ ਆਪਣੇ ਕੋਲ 23 ਕ੍ਰੋਮੋਜ਼ੋਮ। ਕਿੰਨੇ ਹੁੰਦੇ ਨੇ ਜੀ? 23। ਅਗਰ ਤੁਸੀਂ ਇਹਨਾਂ ਦੀ ਰੇਸ਼ੀਓ ਵੇਖੋਗੇ ਕੀ ਬਣੇਗੀ ਜੀ ਰੇਸ਼ੀਓ? ਇਹਨਾਂ ਦੀ ਰੇਸ਼ੀਓ ਬਣ ਜਾਏਗੀ ਆਪਣੇ ਕੋਲ 2:1, ਜਿਹੜੀ ਆਪਸ਼ਨ ਇਹ ਹੈ ਆਪਣੇ ਕੋਲ ਇੱਥੇ ਕਰੈਕਟ ਹੋ ਜਾਏਗੀ। ਮੈਂ ਇੱਥੇ ਤੁਹਾਨੂੰ ਇੱਕ ਗੱਲ ਦੱਸ ਦੇਵਾਂ, ਕਦੇ ਵੀ ਤੁਹਾਨੂੰ ਕੁਐਸਚਨ ਆ ਜਾਵੇ ਇੱਕ ਗੈਮੀਟਸ ਨੂੰ ਛੱਡ ਕੇ, ਠੀਕ ਹੈ ਜੀ, ਜਿਹੜਾ ਮੇਲ ਦਾ ਸਪਰਮ, ਫੀਮੇਲ ਦੇ ਓਵਾ ਨੂੰ ਛੱਡ ਕੇ ਬਾਕੀ ਸਾਰੇ ਇਨਸਾਨ ਦੇ ਸੈੱਲ ਵਿੱਚ 46 ਕ੍ਰੋਮੋਜ਼ੋਮ ਹੁੰਦੇ ਹਨ। ਇਸ ਗੱਲ ਨੂੰ ਯਾਦ ਰੱਖਣਾ ਹੈ। ਸੋ ਆਉਣ ਵਾਲੇ ਜਿੰਨੇ ਵੀ ਐਵੇਂ ਦੇ ਕੁਐਸਚਨ ਆਉਣਗੇ ਤੁਹਾਡੇ ਸਾਰੇ ਹੱਲ ਹੋ ਜਾਣਗੇ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਇਹ ਕੁਐਸਚਨ। ਕਹਿੰਦੇ ਜੀ ਦ ਟਰਮ ਫਾਦਰ ਆਫ ਜੈਨੇਟਿਕਸ। ਕਹਿੰਦੇ ਜੀ ਅਨੁਵਾਂਸ਼ਿਕਤਾ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਆਪਾਂ ਸਭ ਨੂੰ ਪਤਾ ਹੈ ਜੀ ਮੈਂਡਲ ਨੂੰ ਕਿਹਾ ਜਾਂਦਾ ਹੈ। ਮਟਰ ਦੇ ਪੌਦੇ ਉੱਤੇ ਪੀ ਪਲਾਂਟ ਤੇ ਮੈਂਡਲ ਜੀ ਨੇ ਐਕਸਪੈਰੀਮੈਂਟ ਕੀਤਾ ਸੀ ਤੇ ਆਪਣੇ ਸਾਰੀਆਂ ਆਬਜ਼ਰਵੇਸ਼ਨ ਇਹਨਾਂ ਨੇ ਆਪਾਂ ਨੂੰ ਦਿੱਤੀਆਂ ਸੀ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। ਕਹਿੰਦੇ ਜੀ 12th ਨੰਬਰ ਕੁਐਸਚਨ ਆ ਗਿਆ। ਕਹਿੰਦੇ ਦ ਸਟੱਡੀ ਆਫ ਸੈੱਲ ਇਜ਼ ਨੋਨ ਐਜ਼। ਦੇਖੋ ਸਟੱਡੀ ਆਫ ਸੈੱਲ, ਆਮ ਇੱਥੇ ਸਾਰੇ ਜਵਾਬ ਦੇ ਦੇਣਗੇ ਸਾਈਟੋਲੋਜੀ, ਬਟ ਦੇਖੋ ਆਪਸ਼ਨ ਦੇ ਵਿੱਚ ਸਾਈਟੋਲੋਜੀ ਹੈ ਹੀ ਨਹੀਂ। ਹੁਣ ਇੱਥੇ ਕੀ ਕਰਾਂਗੇ? ਤੁਸੀਂ ਅਕਸਰ ਦੇਖਿਆ ਹੋਏਗਾ ਸਾਈਟੋਲੋਜੀ ਦੇ ਨਾਲ ਨਾਲ ਨਾ ਬ੍ਰੈਕਟ ਦੇ ਵਿੱਚ ਲਿਖਿਆ ਹੁੰਦਾ ਜੀ ਸੈੱਲ ਬਾਇਓਲੋਜੀ। ਕੀ ਲਿਖਿਆ ਹੁੰਦਾ ਹੈ? ਸੈੱਲ ਬਾਇਓਲੋਜੀ। ਠੀਕ ਹੈ ਜੀ। ਇਹ ਜਿਹੜਾ ਸੈੱਲ ਬਾਇਓਲੋਜੀ ਲਿਖਿਆ ਹੈ ਇਹ ਕੀ ਹੈ? ਇਹ ਵੀ ਸਾਈਟੋਲੋਜੀ ਦਾ ਹੀ ਸਮਝ ਲਓ ਦੂਸਰਾ ਨਾਮ ਹੈ। ਠੀਕ ਹੈ ਜੀ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਸਾਈਟੋਲੋਜੀ ਨਹੀਂ ਦਿੱਤਾ ਹੋਇਆ, ਸੈੱਲ ਬਾਇਓਲੋਜੀ ਦਿੱਤਾ ਹੈ। ਇੱਥੇ ਸੈੱਲ ਬਾਇਓਲੋਜੀ ਇਹਦਾ ਕਰੈਕਟ ਆਨਸਰ ਹੈ। ਆਗੇ ਜੀ ਆਪਾਂ ਅਗਲੇ ਕੁਐਸਚਨ ਤੇ। ਕਹਿੰਦੇ ਜੀ ਟਾਈਫਾਈਡ ਇਜ਼ ਕੌਜ਼ਡ ਬਾਏ। ਪਹਿਲੀ ਗੱਲ ਦੱਸਦਾ, ਟਾਈਫਾਈਡ ਇੱਕ ਬੈਕਟੀਰੀਆ ਦੁਆਰਾ ਕੀਤਾ ਜਾਂਦਾ ਹੈ। ਹੁਣ ਤੁਸੀਂ ਆਪਸ਼ਨ ਦੇਖ ਕੇ ਹੀ ਆਈਡੀਆ ਲਾ ਲਓਗੇ, ਸੈਲਮੋਨੇਲਾ, ਟਾਈਫੀ। ਟਾਈਫਾਈਡ ਤੇ ਟਾਈਫੀ ਸੇਮ ਆ ਗਿਆ ਜੀ। ਜਿੰਨੀਆਂ ਵੀ ਬਿਮਾਰੀਆਂ ਨੇ ਨਾ ਲਗਭਗ 80% ਦੇ ਵਿੱਚ ਤੁਹਾਨੂੰ ਜਿਹੜਾ ਨਾਮ ਹੈ ਉਹ ਕਾਮਨ ਮਿਲ ਜਾਏਗਾ, ਸੇਮ ਮਿਲ ਜਾਏਗਾ, ਆਰਗੈਨਿਜ਼ਮ ਦਾ ਨਾਮ ਤੇ ਬਿਮਾਰੀ ਦਾ ਨਾਮ। ਇਸ ਤੋਂ ਤੁਹਾਨੂੰ ਆਨਸਰ ਪਤਾ ਲੱਗ ਜਾਏਗਾ ਲਗਭਗ। ਬਟ 10% ਐਵੇਂ ਦੀਆਂ ਹੈਗੀਆਂ, ਜਿਵੇਂ ਆਪਾਂ ਉੱਪਰ ਕਾਲਾ ਆਜ਼ਾਰ ਡਿਸਕਸ ਕੀਤੀ, ਇਹ ਤੁਹਾਨੂੰ ਯਾਦ ਹੀ ਕਰਨੀਆਂ ਪੈਣਗੀਆਂ। ਚਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ ਵੱਲ। 14th ਕੁਐਸਚਨ ਹੈ ਤੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਕੁਐਸਚਨ ਅੱਛੇ ਲੱਗੇ ਹੋਣਗੇ। ਤੇ ਅੱਜ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦਾ ਜੀ, ਤੁਹਾਡੇ ਜਿੰਨੇ ਵੀ ਮਾਰਕਸ ਆਉਣ ਪਲੀਜ਼ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਓ। ਠੀਕ ਹੈ ਜੀ। ਇੱਥੋਂ ਤੁਹਾਨੂੰ ਵੀ ਆਈਡੀਆ ਹੋਏਗਾ ਕਿ ਤੁਸੀਂ ਕਿੰਨੀ ਕੁ ਤੁਹਾਡੀ ਤਿਆਰੀ ਹੋ ਚੁੱਕੀ ਹੈ ਤੇ ਕਿਹੜੇ ਤੁਹਾਨੂੰ ਪੋਰਸ਼ਨ ਤੇ ਹੋਰ ਜ਼ਿਆਦਾ ਧਿਆਨ ਦੇਣਾ ਚਾਹੀਦਾ। ਤੇ ਮੈਂ ਹੋਰ ਇੱਕ ਗੱਲ ਦੱਸਦਾ, ਇਹ ਬਾਇਓਲੋਜੀ ਦੀ ਟੈਸਟ ਸੀਰੀਜ਼ ਦੇ ਨਾਲ ਨਾਲ ਜਲਦੀ ਆਪਾਂ ਹੁਣ ਕੈਮਿਸਟਰੀ ਦੀ ਟੈਸਟ ਸੀਰੀਜ਼ ਵੀ ਪਾਵਾਂਗੇ, ਜਿਸ ਵਿੱਚ ਆਪਾਂ ਕੈਮਿਸਟਰੀ ਦੇ ਜਿੰਨੇ ਵੀ ਕੁਐਸਚਨਸ ਹੋਣਗੇ ਉਹ ਡਿਸਕਸ ਕਰਾਂਗੇ। ਠੀਕ ਹੈ ਜੀ। ਚਲਦੇ ਹਾਂ ਹੁਣ ਆਪਾਂ ਅਗਲੇ 14th ਕੁਐਸਚਨ ਵੱਲ। ਕਹਿੰਦੇ ਜੀ ਵਿਚ ਇਜ਼ ਦ ਲਾਰਜੈਸਟ ਫਾਈਲਮ ਇਨ ਦ ਐਨੀਮਲ ਕਿੰਗਡਮ। ਦੇਖੋ ਜੀ ਇਹ ਚੈਪਟਰ ਹੈ ਡਾਈਵਰਸਿਟੀ ਇਨ ਲਿਵਿੰਗ ਆਰਗੈਨਿਜ਼ਮ, ਕਾਫੀ ਵੱਡਾ, ਕਾਫੀ ਇੰਪੋਰਟੈਂਟ ਚੈਪਟਰ ਹੈ। ਬਟ ਇਹ ਅਕਸਰ ਜਿਹੜੇ ਸਾਇੰਸ ਵਾਲੇ ਬੱਚੇ ਨਹੀਂ ਹੈਗੇ, ਇਹ ਚੈਪਟਰ ਨੂੰ ਯਾਦ ਕਰਨਾ ਬੜਾ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸੋ ਅਗਰ ਤੁਸੀਂ ਇਹ ਚੈਪਟਰ ਨੂੰ ਨਹੀਂ ਕਰਦੇ ਕੋਈ ਗੱਲ ਨਹੀਂ, ਬਟ ਇਹਦੇ ਕੁਛ ਜਿਹੜੇ ਬੇਸਿਕ ਕੁਐਸਚਨ ਨੇ ਉਹ ਕਰ ਲੈਣੇ ਨੇ। ਜਿਵੇਂ ਆਹ ਕੁਐਸਚਨ ਆ ਗਿਆ ਜੀ ਲਾਰਜੈਸਟ ਫਾਈਲਮ। ਲਾਰਜੈਸਟ ਫਾਈਲਮ ਹੁੰਦਾ ਜੀ ਆਰਥਰੋਪੋਡਾ। ਲਾਰਜੈਸਟ ਫਾਈਲਮ ਕਿਹੜਾ ਹੈ? ਆਰਥਰੋਪੋਡਾ। ਇਹ ਕਿਹੜਾ ਫਾਈਲਮ ਹੈ? ਇਹ ਇਨਸੈਕਟਸ ਵਾਲਾ ਫਾਈਲਮ ਹੈ। ਜਿੰਨੇ ਇਨਸੈਕਟਸ ਨੇ ਸਾਰੇ ਇਹਦੇ ਵਿੱਚ ਹੁੰਦੇ ਨੇ। ਹੁਣ ਇੱਕ ਗੱਲ ਹੋਰ ਦੱਸ ਦੇਵਾਂ,
ਰੀਸੈਂਟ ਕਾਂਸਟੇਬਲ ਦਾ ਪੇਪਰ ਹੋਇਆ ਸੀ, ਉਹਦੇ ਵਿੱਚ ਇੱਕ ਸ਼ਿਫਟ ਵਿੱਚ ਕੁਐਸਚਨ ਆਇਆ ਹੋਇਆ ਸੀ, ਜਿਹੜੇ ਜਾਨਵਰਾਂ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਉਹਨਾਂ ਨੂੰ ਕੀ ਕਹਿੰਦੇ ਨੇ? ਉਹਨਾਂ ਨੂੰ ਕਿਹਾ ਜਾਂਦਾ ਜੀ ਵਰਟੀਬ੍ਰੇਟਾ। ਯਾਦ ਰੱਖਣਾ ਕੀ ਕਿਹਾ ਜਾਂਦਾ? ਵਰਟੀਬ੍ਰੇਟਾ। ਠੀਕ ਹੈ ਜੀ। ਚਲਦੇ ਹਾਂ ਆਪਾਂ ਆਪਣੇ ਅਗਲੇ ਕੁਐਸਚਨ ਵੱਲ। ਅੱਜ ਦਾ ਆਖਰੀ ਕੁਐਸਚਨ ਕਹਿੰਦੇ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਲਿਕੁਇਡ ਕਨੈਕਟਿਵ ਟਿਸ਼ੂ। ਕਹਿੰਦੇ ਜੀ ਲਿਕੁਇਡ ਕਨੈਕਟਿਵ ਟਿਸ਼ੂ ਕਿਹੜਾ ਹੈ? ਦੇਖੋ ਜਿੱਥੇ ਲਿਕੁਇਡ ਕਨੈਕਟਿਵ ਟਿਸ਼ੂ ਆ ਜਾਵੇ ਆਪਾਂ ਅਕਸਰ ਸੋਚਦੇ ਹਾਂ ਬਲੱਡ। ਹੁਣ ਦੇਖੋ ਜੀ ਬਲੱਡ ਆਪਸ਼ਨ 'ਚ ਹੀ ਨਹੀਂ ਹੈਗਾ। ਬੋਨ ਇਹ ਆਪਾਂ ਨੂੰ ਪਤਾ ਜੀ ਸੋਲਿਡ ਹੁੰਦੀ ਹੈ, ਕਾਰਟਿਲੇਜ ਵੀ ਸੋਲਿਡ ਹੁੰਦਾ, ਬੋਨ ਮੈਰੋ ਵੀ ਸੋਲਿਡ ਹੁੰਦੀ। ਬਚਿਆ ਕੀ ਜੀ? ਲਿੰਫ। ਹੁਣ ਲਿੰਫ ਹੈ ਕੀ ਜੀ? ਦੇਖੋ ਕੁਛ ਜਗ੍ਹਾ ਸਰੀਰ ਦੇ ਵਿੱਚ ਐਵੇਂ ਦੀਆਂ ਹੁੰਦੀਆਂ ਜਿੱਥੇ ਬਲੱਡ ਨਹੀਂ ਪਹੁੰਚ ਪਾਉਂਦਾ, ਬਲੱਡ ਦੇ ਵਿੱਚੋਂ ਕੁਛ ਹਿੱਸਾ ਪਲਾਜ਼ਮਾ ਅਤੇ ਕੁਛ ਪ੍ਰੋਟੀਨ ਅਤੇ ਵਾਈਟ ਬਲੱਡ ਸੈੱਲ ਬਾਹਰ ਨਿਕਲ ਜਾਂਦੇ ਨੇ। ਇਹ ਜਿਹੜਾ ਫਲੂਇਡ ਬਾਹਰ ਜਾਂਦਾ ਇਹਨੂੰ ਬੋਲ ਦਿੰਦੇ ਹਾਂ ਜੀ ਆਪਾਂ ਲਿੰਫ। ਅਤੇ ਇਸ ਦਾ ਇੱਕ ਹੋਰ ਨਾਮ ਹੁੰਦਾ, ਇਸ ਨੂੰ ਬੋਲਿਆ ਜਾਂਦਾ ਜੀ ਮਿਡਲ ਮੈਨ। ਇਹ ਸੀ ਅੱਜ ਦਾ ਆਪਣਾ ਟੈਸਟ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਏਗੀ ਅਤੇ ਤੁਸੀਂ ਐਂਡ 'ਤੇ ਅੱਜ ਜ਼ਰੂਰ ਆਪਣੇ ਮਾਰਕਸ ਕਮੈਂਟ ਬਾਕਸ ਵਿੱਚ ਦੱਸ ਕੇ ਜਾਣੇ ਹਨ। ਅਤੇ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰੋ ਸੋ ਦੈਟ ਉਹ ਵੀ ਇਸ ਵੀਡੀਓ ਦਾ ਲਾਭ ਉਠਾ ਸਕਣ। ਧੰਨਵਾਦ ਜੀ।